ਵਾਇਸ ਆਫ ਇੰਡੀਆ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਹੈਲੋ ਵਿਨੀਪੈਗ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਐਮਪੀ ਸਿੰਘ ਤੇ ਮੇਰੇ ਨਾਲ ਨੇ ਲਖਵਿੰਦਰ ਕੌਸ਼ਿਕ। ਸਤਿ ਸ਼੍ਰੀ ਅਕਾਲ ਕੌਰ ਸਾਹਿਬ। ਕੌਰ ਸਾਹਿਬ, ਪਹਿਲਾਂ ਤੁਸੀਂ ਕਹਿੰਦੇ ਸੀਗੇ ਵੀ ਸਨੋ ਬੜੀ ਹੁੰਦੀ ਵਿਨੀਪੈਗ 'ਚ, ਫਿਰ ਤੁਸੀਂ ਗਰਮੀ ਦਾ ਰੌਲਾ ਪਾਉਣਾ ਸ਼ੁਰੂ ਕਰਤਾ ਜੀ। ਫਿਰ ਜਿਹੜੀ ਬਾਰਿਸ਼ ਹੋਈ ਉਹ ਦੇਖੋ, ਇਹ ਬੇਮੌਸਮੀ ਤਾਂ ਨਹੀਂ ਕਹਿ ਸਕਦੇ ਜੀ, ਇਹਦੀ ਜ਼ਰੂਰਤ ਦੀ, ਪਰ ਪੈ ਜ਼ਿਆਦਾ ਰਹੀ ਆ। ਦੇਖੋ ਗਰਮੀਆਂ ਦੇ ਵਿੱਚ ਪੈਂਦੀ ਆ ਜੀ, ਜਦੋਂ ਗਰਮੀ ਜ਼ਿਆਦਾ ਹੁੰਦੀ ਆ। ਦੇਖੋ ਫਸਟ ਟਾਈਮ ਹੋਇਆ, ਮਤਲਬ ਕਾਫੀ ਦੇਰ ਬਾਅਦ ਵੀ ਵਿਨੀਪੈਗ ਦਾ ਟੈਂਪਰੇਚਰ ਇੰਡੀਆ ਦੇ ਮੁਕਾਬਲੇ ਮਤਲਬ 42 ਡਿਗਰੀ ਟੈਂਪਰੇਚਰ ਹੋਣਾ, ਤੇ ਉਹਦੇ ਸੁਭਾਵਿਕ ਹੀ ਸੀਗਾ ਵੀ ਫਿਰ ਇਹਦੇ ਨਤੀਜੇ ਬਾਰਿਸ਼ ਤਾਂ ਆਉਣੀ ਸੀ, ਪਰ ਇੰਨੀ ਆਉਣੀ ਸੀ ਇਹ ਨਹੀਂ ਸੀ ਪਤਾ ਜੀ। ਪਰ ਇੰਨੀ ਆਉਣ ਦੇ ਨਾਲ ਇਹ ਹੋਇਆ ਜੀ ਵੀ ਸਾਡੇ ਸ਼ਹਿਰ ਦੇ ਵਿੱਚ ਸੀਵਰ ਸਿਸਟਮ ਕਿੰਨਾ ਕੁ ਜੀ ਵਧੀਆ ਹੈਗਾ, ਬਿਲਕੁਲ ਜੀ, ਉਹ ਪਤਾ ਲੱਗ ਗਿਆ। ਜਿਵੇਂ ਇੰਡੀਆ ਦੇ ਵਿੱਚ ਕਹਿੰਦੇ ਨੇ ਜੀ, ਪੋਲ ਖੁੱਲ ਗਈ ਜੀ, ਉਹ ਪੋਲ ਖੁੱਲ ਗਈ ਸੀ ਕਿ ਸੀਵਰ ਸਿਸਟਮ ਜਿਹੜਾ ਵਾ ਬਿਨਾਂ ਸ਼ੱਕ, ਚਲੋ ਬਹੁਤਾ ਚਿਰ ਨਹੀਂ ਹੋਇਆ, ਪਰ ਡਿਊਰਿੰਗ ਬਾਰਿਸ਼ ਜੀ ਇੱਕ ਤਾਂ ਦਿਸਦਾ ਕੁਝ ਨਹੀਂ ਸੀਗਾ, ਇੱਕ ਪਾਣੀ ਇੰਨਾ ਸੀ ਲੋਕਾਂ ਦੀਆਂ ਕਾਰਾਂ ਦੇ ਵਿੱਚ ਆ ਗਿਆ, ਬਹੁਤ ਕਾਰਾਂ ਬੰਦ ਹੋ ਗਈਆਂ। ਬਿਲਕੁਲ ਜੀ, ਬਹੁਤ ਕਾਰਾਂ ਜਿਹੜੀਆਂ ਥਾਂ ਸੜਕਾਂ ਦੇ ਉੱਤੇ, ਵੱਖਰੀਆਂ ਸੜਕਾਂ, ਮੇਨ ਹਾਈਵੇ ਦੇ ਉੱਤੇ ਰੂਟ 90 ਹੈਗਾ, ਜਿਸ ਤਰ੍ਹਾਂ ਹੋਰ ਕਾਫੀ ਸੜਕਾਂ ਦੇ ਉੱਤੇ ਕਾਫੀ ਗੱਡੀਆਂ ਜਿਹੜੀਆਂ ਰਾਤ ਖੜੀਆਂ ਦੇਖੀਆਂ ਗਈਆਂ, ਫੋਰਵੇ ਫਲੈਸ਼ਰ ਲੱਗੇ ਰਹੇ। ਉਹ ਸਿਰਫ ਇਹ ਸੀਗਾ ਵੀ ਜਿਹੜਾ ਸਿਟੀ ਆਪਾਂ ਕਹਿੰਦੇ ਨੇ ਵੀ ਜਿਹੜੇ ਡਰੇਨ ਹੋਲਸ ਨੇ ਉਹ ਕਵਰਡ ਸੀਗੇ, ਘਾਹ ਕਰਕੇ ਲਗਾ ਲਓ, ਕਿਉਂਕਿ ਗ੍ਰੀਨਰੀ ਆ ਜੀ, ਹਰ ਇੱਕ ਬੰਦਾ ਘਾਹ ਕੱਟਦਾ, ਸਫਾਈ ਰੱਖਦਾ ਆਪਦੇ ਲਾਉਣ ਦੀ। ਬਟ ਇਨ ਦਾ ਮੇਨ ਟਾਈਮ ਜਦੋਂ ਵਿੰਡ ਚੱਲਦੀ ਆ, ਉਹ ਘਾਹ ਜਿਹੜਾ ਕੱਟਿਆ ਜਾਂਦਾ, ਉਹਦੇ ਵਿੱਚ ਕੁਝ ਉੱਡਦਾ ਵੀ, ਉਹ ਜਾ ਕੇ ਇੱਕ ਡਰੇਨ ਹੋਲ ਦੇ ਉੱਤੇ ਹੀ ਉਹਨੂੰ ਸਪੇਸ ਮਿਲਦੀ ਆ, ਇਸੇ ਕਰਕੇ ਉਹ ਬੰਦ ਪਾਏ ਗਏ। ਉਹਦੀ ਸਫਾਈ ਰੈਗੂਲਰ ਬੇਸਿਸ ਤੇ ਹੋਣੀ ਚਾਹੀਦੀ ਜੀ, ਅਜੇ ਵੀ ਕਰ ਲਵੇ ਸਿਟੀ ਤੇ ਚੰਗੀ ਗੱਲ ਹੈ ਜੀ। ਚਲੋ ਬਹੁਤੀ ਲੰਬੀ ਆਪਾਂ ਗੱਲ ਨਾ ਕਰੀਏ, ਤੇ ਇੱਕ ਦੋ ਗੱਲਾਂ ਬੜੀਆਂ ਮਹੱਤਵਪੂਰਨ ਹੈਗੀਆਂ ਜੀ। ਇੱਕ ਤਾਂ ਇਹ ਮੈਂ ਗੱਲ ਕਰਨੀ ਚਾਹੁੰਦਾ ਜੀ, ਅੱਗੇ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਪਾਸਪੋਰਟ, ਕੈਨੇਡੀਅਨ ਪਾਸਪੋਰਟ ਬਣਾਉਣ ਲਈ, ਉਹਨੂੰ ਜਾਂ ਰੀਨਿਊ ਕਰਨ ਦੇ ਲਈ ਜਿਹੜਾ ਆਫਿਸ ਹੈ ਮੇਨ ਸਟਰੀਟ ਦੇ ਉੱਤੇ, ਉੱਥੇ ਬਾਹਰ ਸਵੇਰ ਨੂੰ 6 ਵਜੇ ਤੋਂ ਹੀ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਆਫਿਸ ਖੁੱਲ੍ਹਣ ਦਾ ਟਾਈਮ ਉਹਦਾ 8 ਵਜੇ ਹੈਗਾ, ਪਰ 8:30 ਹੈਗਾ, ਪਰ ਲਾਈਨਾਂ ਲੰਬੀਆਂ ਪਹਿਲਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਉਹਦੇ ਬਾਰੇ ਸਰਕਾਰ ਨੂੰ ਚਾਹੀਦਾ ਕਿ ਕੋਈ ਇਹੋ ਜਿਹੀ ਪਾਲਿਸੀ ਲਿਆਵੇ ਕਿ ਬੈਕਲੌਗ ਜਿਹੜਾ ਡਿਊ ਟੂ ਕੋਵਿਡ-19 ਬੈਕਲੌਗ ਹੋ ਗਿਆ ਸੀਗਾ, ਲੋਕੀ ਕਿਤੇ ਨਹੀਂ ਗਏ, 2 ਸਾਲ ਘਰਾਂ 'ਚ ਹੀ ਫਸੇ ਬੈਠੇ ਰਹੇ, ਬੈਕ ਹੋਮ ਵੀ ਨਹੀਂ ਜਾ ਸਕੇ। ਇਕੱਲੇ ਪੰਜਾਬੀਆਂ ਜਾਂ ਇੰਡੀਅਨਸ ਦੀ ਗੱਲ ਨਹੀਂ ਹੈ, ਬੜੇ ਹੋਰ ਜਿਹੜੇ ਕਮਿਊਨਿਟੀਜ਼ ਦੇ ਲੋਕ ਆ ਉਹਨਾਂ ਲਈ ਵੀ ਇਹ ਸੇਮ ਗੱਲ ਹੈਗੀ ਹੈ। ਔਰ ਮੈਂ ਖੁਦ ਰੋਜ਼ ਇੱਕ ਦਿਨ ਲਾਈਨ ਵਿੱਚ ਖਲੋਇਆ, ਤੇ ਮੈਨੂੰ ਪਤਾ ਕਿ ਸਾਰੀਆਂ ਕਮਿਊਨਿਟੀਜ਼ ਦੇ ਲੋਕ ਜਿਹੜੇ ਆ ਉਹ ਪਾਸਪੋਰਟ ਬਣਵਾਉਣ ਦੇ ਲਈ ਜਾਂ ਰਿਨਿਊ ਕਰਨ ਵਾਸਤੇ ਆਉਂਦੇ ਆ। ਬਿਲਕੁਲ ਜੀ, ਇਹਦੇ ਲਈ ਸਿਟੀ ਨੂੰ ਇਹ ਚਾਹੀਦਾ, ਜਾਂ ਗਵਰਨਮੈਂਟ ਜਿਹੜੀ ਪਾਸਪੋਰਟ ਅਥਾਰਟੀਜ਼ ਇਹ ਚਾਹੀਦਾ ਹੈਗਾ, ਉਹਨਾਂ ਨੂੰ ਵੀ ਐਕਸਟਰਾ ਕਾਊਂਟਰਸ ਖੋਲ੍ਹ ਦਿੱਤੇ ਜਾਣੇ ਚਾਹੀਦੇ ਨੇ ਹੈਗੇ ਨੇ, ਜਾਂ ਕੋਈ ਪ੍ਰਾਈਵੇਟ, ਜਿਵੇਂ ਆਪਣੇ ਇੰਡੀਆ ਦੇ ਵਿੱਚ ਹੈਗਾ ਬਹੁਤ ਵਧੀਆ ਸਿਸਟਮ ਆ, ਵੱਖਰੇ ਕਾਊਂਟਰ ਹੈਗੇ ਨੇ, ਵੱਖਰੇ ਮਤਲਬ ਜਗ੍ਹਾ ਦੇ ਸਿਟੀ ਦੇ ਵਿੱਚ ਹੈਗੇ ਨੇ, ਪਰ ਮੈਨੀਟੋਬਾ ਕੈਪੀਟਲ ਹੋਣ ਕਰਕੇ ਇੱਥੇ ਰਸ਼ ਹੈਗਾ, ਪਰ ਇਹਦੇ ਲਈ ਕਾਊਂਟਰ ਐਕਸਟਰਾ ਕਰ ਦੇਣੇ ਚਾਹੀਦੇ। ਨਹੀਂ ਜੀ, ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਜੀ ਇੱਕ ਹੋਰ ਗੱਲ, ਕਿ ਸਰਵਿਸ ਕੈਨੇਡਾ ਜਿਹੜਾ ਵਾ ਉਹ ਪਾਸਪੋਰਟ ਬਣਾਉਂਦਾ ਜੀ। ਸਰਵਿਸ ਕੈਨੇਡਾ ਦੇ ਸਾਰੇ ਆਫਿਸਿਸ ਨੂੰ ਆਥੋਰਾਈਜ਼ ਕੀਤਾ ਹੋਇਆ ਕਿ ਉਹ ਪਾਸਪੋਰਟ ਦੀਆਂ ਐਪਲੀਕੇਸ਼ਨਸ ਲੈਣ ਜੀ। ਜਿਹੜਾ ਲੋਕ ਸਿੱਧਾ ਹੀ ਆਫਿਸ ਵਿੱਚ ਜਾਂਦੇ, ਉਹਨਾਂ ਨੂੰ ਵਾਕਈ ਤੰਗੀ ਝੱਲਣੀ ਪੈਂਦੀ ਹੈ, ਪਰ ਤੁਸੀਂ ਸਰਵਿਸ ਕੈਨੇਡਾ ਦੇ ਆਫਿਸ ਜਾਓ ਜੀ, ਤੇ ਉਹ ਤੁਹਾਡੀ ਐਪਲੀਕੇਸ਼ਨ ਚੈੱਕ ਕਰ ਲੈਂਦੇ ਆ, ਉਹਦੇ ਵਿੱਚ ਕੋਈ ਚੇਂਜਸ ਕਰਨੀ ਹੋਵੇ ਤਾਂ ਕਰਾ ਦਿੰਦੇ, ਕਰੈਕਸ਼ਨ ਕਰਨੀ ਹੋਵੇ ਤਾਂ ਕਰਵਾ ਦਿੰਦੇ। ਇੱਕ ਜਿਹੜੀ ਆਮ ਲੋਕਾਂ ਦੀ ਸ਼ਿਕਾਇਤ ਹੈ ਉਹ ਇਹ ਹੈ ਜੀ ਕਿ ਜਿਹੜੀਆਂ ਫੋਟੋ ਲੱਗਦੀਆਂ ਜੀ, ਉਹ ਫੋਟੋ ਕਈ ਵਾਰੀ ਜੀ ਸਪੈਸੀਫਿਕੇਸ਼ਨ ਦੇ ਮੁਤਾਬਕ ਨਹੀਂ ਹੁੰਦੀਆਂ। ਲੋਕਾਂ ਨੂੰ ਇੱਕ ਗੇੜਾ ਘੱਟੋ ਘੱਟ ਹੋਰ ਵਾਧੂ ਲਾਉਣਾ ਹੀ ਪੈਂਦਾ ਜਦੋਂ ਫੋਟੋ ਤੇ ਵੈਕਸ਼ਨ ਲੱਗ ਜਾਂਦਾ। ਕਈ ਵਾਰੀ ਕਹਿੰਦੇ ਜਿੱਥੇ ਫਲੈਸ਼ ਵੱਜ ਗਈ। ਦੇਖੋ, ਇਹ ਵੀ ਕਹਿ ਸਕਦੇ ਹਾਂ ਜੀ, ਟੈਕਨੋਲੋਜੀ ਪੱਖੋਂ ਫਿਰ ਇਸ ਹਿਸਾਬ ਨਾਲ ਤਾਂ ਇੰਡੀਆ ਨਾਲੋਂ ਪਿੱਛੇ ਜੀ, ਕਿਉਂਕਿ ਹੁਣ ਤਾਂ ਜਿਹੜੀ ਇੰਡੀਆ ਦੇ ਵਿੱਚ ਫੋਟੋ ਜੀ ਔਨ ਦੀ ਸਪੌਟ ਹੁੰਦੀ ਹੈਗੀ ਆ। ਜਿਵੇਂ ਇੱਥੇ ਆਪਾਂ ਡਰਾਈਵਿੰਗ ਲਾਇਸੈਂਸ ਦੀ ਫੋਟੋ ਦਿੰਦੇ ਆ, ਤਾਂ ਔਨ ਦੀ ਸਪੌਟ ਹੋਵੇ, ਉਹਦੇ ਵਿੱਚ ਲੋਕਾਂ ਦੇ ਜਿਹੜੀ ਖਜਾਲਤ ਆ ਉਹ ਬਚੇ। ਇਹੀ ਮੈਂ ਕਹਿਣਾ ਚਾਹੁੰਦਾ ਸੀਗਾ ਜੀ ਕਿ ਪਾਸਪੋਰਟ ਆਫਿਸ ਜਾਂ ਸਰਵਿਸ ਕੈਨੇਡਾ ਦੇ ਆਫਿਸ ਵਿੱਚ ਫੋਟੋ ਖਿੱਚਣ ਦਾ ਪ੍ਰਬੰਧ ਹੋਵੇ, ਉਹਦੇ ਐਕਸਟਰਾ ਚਾਰਜਸ ਲੋਕੀ ਦੇ ਦੇਣਗੇ ਜੀ, ਉਹਨਾਂ ਦਾ ਚੱਕਰ ਤਾਂ ਬਚਦਾ ਹੀ ਹੈ ਨਾ ਇਸ ਗੱਲ ਲਈ। ਠੀਕ ਹੈ ਜੀ, ਸਰਵਿਸ ਕੈਨੇਡਾ ਦੇ ਆਫਿਸ ਦੇ ਵਿੱਚ ਇਹ ਪ੍ਰੋਵੀਜ਼ਨ ਜਿਹੜੀ ਹੈ ਹੋਣੀ ਚਾਹੀਦੀ ਹੈ। ਇੱਕ ਹੋਰ ਗੱਲ, ਬਹੁਤ ਸਾਰੇ ਡਾਕੂਮੈਂਟਸ ਜਦੋਂ ਓਰੀਜਨਲ ਮੰਗੇ ਜਾਂਦੇ ਆ, ਉਹ ਸਰਵਿਸ ਕੈਨੇਡਾ ਨੂੰ ਲੋਕੀ ਦੇਣਾ ਚੰਗਾ ਨਹੀਂ ਸਮਝਦੇ, ਜਾਂ ਡਰਦੇ, ਕਹ ਲਓ ਕਿਤੇ ਗਵਾਚ ਹੀ ਨਾ ਜਾਣ। ਪਾਸਪੋਰਟ ਦੇਣਾ ਪੈਂਦਾ ਜੀ, ਜੇ ਬੱਚਿਆਂ ਦਾ ਪਾਸਪੋਰਟ ਬਣਾਉਣਾ ਤਾਂ ਨਾਲ ਤੁਹਾਨੂੰ ਉਹਨਾਂ ਦਾ ਬਰਥ ਸਰਟੀਫਿਕੇਟ ਦੇਣਾ ਪਊਗਾ ਜੀ। ਬਿਲਕੁਲ, ਉਹਨਾਂ ਨੂੰ ਸ਼ੱਕ ਹੁੰਦਾ ਵੀ ਕਿਤੇ ਇਹ ਗੁੰਮ ਨਾ ਜਾਵੇ ਜੀ। ਜਾਂ ਕਈ ਵਾਰੀ ਇੱਦਾਂ ਹੁੰਦੀ ਕਿ ਪਾਸਪੋਰਟ ਕਿਸੇ ਨੇ ਅਪਲਾਈ ਕੀਤਾ, ਨਾਲ ਬੱਚਿਆਂ ਦਾ ਸਰਟੀਫਿਕੇਟ ਵੀ, ਬਰਥ ਸਰਟੀਫਿਕੇਟ ਵੀ ਲਾ ਦਿੱਤਾ, ਤੇ ਉਹ ਸਰਟੀਫਿਕੇਟ ਕਈ ਵਾਰੀ
ਸੰਭਾਲਣ ਪੱਖੋਂ ਖਰਾਬ ਹੋ ਜਾਂਦੇ ਜੀ ਬਿਲਕੁਲ ਪਾਣੀ ਡੁੱਲ ਗਿਆ ਉੱਤੇ ਕਾਫੀ ਡੁੱਲ ਗਈ ਚਾਹ ਡੁੱਲ ਗਈ ਜਾਂ ਕੋਈ ਹੋਰ ਉੱਤੇ ਕੋਈ ਡਿਫਰੈਂਟ ਕਲਰ ਹੋ ਗਿਆ ਕੋਈ ਤੇ ਫਿਰ ਜਿਹੜਾ ਸਰਵਿਸ ਕੈਨੇਡਾ ਵਾ ਉਹ ਇੰਟਰਟੇਨ ਨਹੀਂ ਕਰਦਾ ਇਹੋ ਜਿਹੀ ਜੀ ਬਿਲਕੁਲ ਕਈ ਵਾਰੀ ਹੁੰਦਾ ਵੀ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਹੋ ਆਪਾਂ ਪਾਸਪੋਰਟ ਬਣਾਉਣ ਵਾਸਤੇ ਜਾ ਰਹੇ ਹਾਂ ਤਾਂ ਬੱਚਾ ਵੀ ਤਾਂ ਨਾਲ ਲੈ ਕੇ ਜਾਣਾ ਪੈਂਦਾ ਹੋ ਸਕਦਾ ਬੱਚੇ ਦੇ ਹੱਥ 'ਚ ਫਾਈਲ ਆ ਜਾਵੇ ਉਹਨੇ ਕੁਛ ਉਹਨੂੰ ਉਹ ਕਰਤਾ ਕਿਉਂਕਿ ਉਹ ਕਲਰਡ ਹੁੰਦਾ ਥੋੜਾ ਜਿਹਾ ਵਧੀਆ ਲੱਗ ਰਿਹਾ ਹੁੰਦਾ ਇਹ ਲੰਬੀਆਂ ਲਾਈਨਾਂ ਤੋਂ ਜਿਹੜਾ ਜੀ ਛੁਟਕਾਰਾ ਕਦੋਂ ਮਿਲੇਗਾ ਇਹ ਜਿਹੜਾ ਸਰਵਿਸ ਕੈਨੇਡਾ ਨੂੰ ਕਰਨ ਦੀ ਧਿਆਨ ਦੇਣ ਦੀ ਲੋੜ ਹੈਗੀ ਹੈ ਮੈਂ ਇੱਕ ਪਿਛਲੇ 1-2 ਐਪੀਸੋਡ ਦੇ ਵਿੱਚ ਇੱਥੇ ਜਿਹੜਾ ਕ੍ਰਾਈਮ ਵਧਣ ਦੀ ਗੱਲ ਖਾਸ ਕਰਕੇ ਯੂਥ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਸੀਗਾ ਉਹਦੀ ਜ਼ਿਕਰ ਕੀਤਾ ਸੀਗਾ ਹੁਣ ਇੱਕ ਜਿਹੜੀ ਗੱਲਾਂ ਆਉਣ ਲੱਗੀਆਂ ਕ੍ਰਾਈਮ ਨਾਲ ਰਿਲੇਟਡ ਸਾਹਮਣੇ ਉਹ ਚ ਟੀਨੇਜਰ ਛੋਟੀ ਉਮਰ ਦੇ ਬੱਚੇ ਜਿਹੜੇ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੋ ਰਹੀ ਹੈ ਰਿਵਰ ਐਕਸ ਵਿੱਚ ਜੀ ਬਿਲਕੁਲ ਇੱਕ ਪਬਲਿਕ ਜਿੱਥੇ ਕਾਫੀ ਭੀੜ ਸੀ ਦੇਖ ਲਓ ਪਿਛਲੇ ਮੰਡੇ ਦੀ ਗੱਲ ਲੋਕੀ ਮੇਲਾ ਵੇਖਣ ਜਾਂਦੇ ਆ ਟਾਈਮ ਜੀ ਲੋਕਾਂ ਮਤਲਬ ਅੱਜ ਕੱਲ ਜਿਹੜਾ ਲੱਗਦਾ ਹੈ ਐਗਜ਼ੀਬਿਸ਼ਨ ਹੁੰਦਾ ਸ਼ਾਇਦ 25-26 2 ਸਾਲ ਲੱਗਾ ਹੀ ਨਹੀਂ ਜੀ ਬਿਲਕੁਲ ਉੱਥੇ ਭੀੜ ਭੜੱਕਾ ਸੀ ਪੂਰੀ ਪਬਲਿਕ ਸੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੀਗੇ ਉੱਥੇ ਸ਼ਾਮ ਦੇ ਟਾਈਮ ਹੈ ਜਿਹੜੀ ਘਟਨਾ ਵਾਪਰੀ ਗਈ ਹੈ ਇੱਕ 11 ਸਾਲ ਦੇ ਬੱਚੇ ਵੱਲੋਂ ਗੋਲੀ ਚਲਾਈ ਗਈ ਹੈ ਦੇਖੋ ਤੇ 16 ਸਾਲ ਦੇ ਬੱਚੇ ਦੇ ਉੱਪਰ ਬਿਲਕੁਲ ਉਹ ਜਿਹੜਾ 11 ਸਾਲਾਂ ਦਾ ਬੱਚਾ ਸੀਗਾ ਜੀ ਉਹ ਪੁਲਿਸ ਨੇ ਫੜ ਲਿਆ ਜੀ ਹੈਰਾਨੀ ਵਾਲੀ ਗੱਲ ਇਹ ਆ ਕਿ ਬੱਚੇ ਦੀ ਮਾਂ ਵੀ ਉਦੋਂ ਉੱਥੇ ਹੀ ਸੀ ਜੀ ਬਿਲਕੁਲ ਜੀ ਗਨ ਕਿੱਥੋਂ ਆਈ ਗਨ ਉੱਥੇ ਅੰਦਰ ਕਿਵੇਂ ਚਲੇਗੀ ਇਹ ਵੀ ਇੱਕ ਕੁਐਸਚਨ ਹੈ ਬਿਲਕੁਲ ਜੀ ਉੱਥੇ ਸਿਕਿਉਰਿਟੀ ਬਹੁਤ ਜ਼ਿਆਦਾ ਪ੍ਰਾਈਵੇਟ ਬੇਸ਼ੱਕ ਪ੍ਰਾਈਵੇਟ ਸਿਕਿਉਰਿਟੀ ਆ ਪਰ ਪ੍ਰਾਈਵੇਟ ਸਿਕਿਉਰਿਟੀ ਹੋਣ ਬਾਵਜੂਦ ਵੀ ਬੰਦਾ ਇਕੱਲੀ ਗਨ ਆ ਜੀ ਕੋਈ ਹੋਰ ਵੀ ਕੋਈ ਚੀਜ਼ ਲਿਜਾ ਸਕਦਾ ਹੈ ਜਿਹੜੇ ਬੱਚੇ ਉਦੋਂ ਬਾਅਦ ਫੜੇ ਗਏ ਜੀ ਬੱਚੇ ਮੈਂ ਟੀਨੇਜਰ ਆ ਨੇ ਤਾਂ ਕਰਕੇ ਅਸੀਂ ਬੱਚੇ ਕਹਿੰਦੇ ਹੈਗੇ ਆ ਜਿਹੜੇ ਉਹ ਜਿਨ੍ਹਾਂ ਦੇ ਹੱਥੋਂ ਇਹ ਕ੍ਰਾਈਮ ਹੋਇਆ ਜਾਂ ਜਿਹਨਾਂ ਦੀ ਇਨਵੋਲਵਮੈਂਟ ਸੀ ਉਹਨਾਂ ਨੂੰ ਵੀ ਪੁਲਿਸ ਨੇ ਫੜਿਆ 3 ਟੀਨੇਜਰ ਸੀਗੇ 3 ਟੀਨੇਜਰ ਵਿੱਚ ਇੱਕ ਲੜਕੀ ਵੀ ਸੀ ਜੀ ਇਕੱਲੇ ਲੜਕੇ ਨਹੀਂ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਲੜਕੀਆਂ ਵੀ ਇਨਵੋਲਵ ਹੋ ਰਹੀਆਂ ਉਹਨਾਂ ਨੂੰ ਵੀ ਪੁਲਿਸ ਨੇ 3 ਸ਼ੱਕੀ ਤਾਂ ਜਿਹੜੇ ਸੀਗੇ ਫੜੇ 17 ਸਾਲਾਂ ਦਾ ਇੱਕ ਲੜਕਾ ਇੱਕ 15 ਸਾਲਾਂ ਦੀ ਲੜਕੀ ਹੈਗੀ ਸੀ ਟੀਨੇਜਰ ਹੀ ਹੈਗੇ ਵੀ ਉਹਨਾਂ ਨੂੰ ਫੜਿਆ ਹੈਗਾ ਇਸੇ ਤਰ੍ਹਾਂ ਹੀ ਪੈਮਨਾ ਹਾਈਵੇ ਤੇ ਇੱਕ ਇਨਸੀਡੈਂਟ ਹੋਇਆ ਜੀ ਬੱਸ ਦੇ ਵਿੱਚੋਂ ਇੱਕ ਲੜਕੀ ਉਹ ਵੀ ਛੋਟੀ ਉਮਰ ਦੀ ਸੀਗੀ ਉਹ ਕਾਲੀ ਨਾਲ ਉਤਰੀ ਇੱਕ ਸਟਾਪ ਆ ਗਿਆ ਇੱਕਦਮ ਉਤਰ ਗਈ ਪਰ ਉਹਦੇ ਮਗਰ ਉਤਰ ਕੇ 2 ਹੋਰ ਜੀ ਔਰ ਉਹਨਾਂ ਨੇ ਅੱਗੇ ਜਾ ਕੇ ਬਿਨਾਂ ਕਿਸੇ ਕਹਿ ਲਓ ਵੀ ਤਕਰਾਰ ਤੋਂ ਉਹਨਾਂ ਚਾਕੂ ਕੱਢ ਕੇ ਮਾਰਤਾ ਉਹਦੇ ਔਰ ਉਹ ਵੀ ਜਿਹੜੇ ਬੱਚੇ ਸੀਗੇ ਸਾਰੇ ਟੀਨੇਜਰ ਸੀ ਇਹ ਜਿਹੜੀ ਮਤਲਬ ਇਹ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਚਿੰਤਾ ਵਾਲੀ ਗੱਲ ਹੈਗੀ ਹੈ ਇਦਾਂ ਦੀ ਇੱਕ ਹੋਰ ਘਟਨਾ ਜਿਹੜੀ ਵਾਪਰੀ ਜੀ ਉਹ ਮਾਊਂਟੇਨ ਐਵਨਿਊ ਤੇ ਇੱਕ ਜਿਹੜਾ ਹੈਗਾ ਸਰਜੈਂਟ ਐਂਡ ਮਾਊਂਟੇਨ ਉਹਦੇ ਏਰੀਆ ਦੇ ਵਿੱਚ ਘਟਨਾ ਵਾਪਰੀ ਪੁਲਿਸ ਅਫਸਰ ਦੇ ਉੱਤੇ ਕਿਸੇ ਨੇ ਹਮਲਾ ਕਰਤਾ ਜੀ ਠੀਕ ਹੈ ਜੀ ਉਹ ਵੀ ਜਿਹੜਾ ਹਮਲਾ ਕੀਤਾ ਕੋ ਟੀਨੇਜਰ ਵੱਲੋਂ ਕੀਤਾ ਜੀ ਬਿਲਕੁਲ ਮਤਲਬ ਇਹ ਕੀ ਅਗਰੈਸਿਵਨੈਸ ਜਿਹੜੀ ਆ ਰੋਸ ਗੁੱਸਾ ਜੋਸ਼ ਇਹੋ ਜੀ ਗੱਲ ਜਿਹੜੀ ਟੀਨੇਜਰ ਚ ਆਈ ਆ ਆਉਂਦੀ ਜਾਂਦੀ ਆ ਦਿਸਣ ਲੱਗ ਪਈ ਆ ਇਹਦੇ ਬਾਰੇ ਸਾਡੇ ਸਮਾਜ ਨੂੰ ਜਿਹੜਾ ਉਹ ਚੌਕਸ ਹੋਣ ਦੀ ਲੋੜ ਆ ਮਾਪਿਆਂ ਨੂੰ ਚੌਕਸ ਹੋਣ ਦੀ ਲੋੜ ਬਿਲਕੁਲ ਜੀ ਕਿਉਂਕਿ ਇਹ ਟੀਨੇਜਰ ਦੇ ਇਹ ਦੇਖੋ ਪਿਛਲੇ 2-3 ਮਹੀਨੇ ਤੋਂ ਜ਼ਿਆਦਾ ਜਿਹੜੀਆਂ ਘਟਨਾਵਾਂ ਟੀਨੇਜਰ ਦੀਆਂ ਵਧਣ ਲੱਗ ਸਾਹਮਣੇ ਆ ਰਹੀਆਂ ਪਹਿਲਾਂ ਹੁੰਦਾ ਸੀ ਵੀ ਕਦੇ-ਕਦੇ ਮਹੀਨੇ 'ਚ ਇੱਕ ਅੱਧੀ ਹੋਈ ਕੋਈ ਯੰਗ ਵੱਲੋਂ ਕੋਈ ਯੂਥ ਵੱਲੋਂ ਕੋਈ ਜਾਂ ਕੋਈ 올ਡ ਏਜ ਬੰਦੇ ਸੀ ਇਨਵੋਲਵ ਹੁੰਦੇ ਸੀ ਪਰ ਜਿਹੜੇ ਇਹ ਕ੍ਰਾਈਮ ਵਧਣ ਵਾਲਾ ਜਿਹੜਾ ਸਿਸਟਮ ਚੱਲ ਪਿਆ ਜੀ ਇਹ ਮਤਲਬ ਖਤਰਨਾਕ ਹੈ ਇਹਦੇ ਬਾਰੇ ਸੋਚਣਾ ਚਾਹੀਦਾ ਬਿਲਕੁਲ ਸੋਚਣ ਦੀ ਲੋੜ ਹੈ ਜੀ ਮਾਪਿਆਂ ਦੇ ਬਾਰੇ ਜ਼ਿਆਦਾ ਚਿੰਤਾ ਬੜੀ ਗੱਲ ਆ ਉਹ ਜਦੋਂ ਗੱਲ ਕੀਤੀ ਉਹ ਰਿਵਰ ਐਕਸ ਮੇਲੇ ਦੇ ਉੱਤੇ ਜਿਹੜੇ ਬੱਚੇ ਨੇ ਗੋਲੀ ਚਲਾਈ ਮਾਂ ਉਹਦੀ ਮੌਕੇ ਤੇ ਮੌਜੂਦ ਸੀ ਔਰ ਜਿਸ ਬੱਚੇ ਤੇ ਗੋਲੀ ਵੱਜੀ ਉਹਦੀ ਮਾਂ ਵੀ ਉੱਥੇ ਮੌਕੇ ਤੇ ਮੌਜੂਦ ਸੀ ਉਹਨੇ ਪੁਲਿਸ ਨੂੰ ਕਾਲ ਕੀਤਾ ਤੇ ਬੁਲਾਇਆ ਤੇ ਫਿਰ ਉਹਦੀ ਐਂਬੂਲੈਂਸ ਵਿੱਚ ਲੈ ਕੇ ਹਸਪੀਟਲ ਲੈ ਕੇ ਗਏ ਉਹਨੂੰ ਜੇ ਬੱਚਾ ਕੋਲ ਹੈ ਤੇ 11 ਸਾਲ ਦੇ ਬੱਚੇ ਦੇ ਕੋਲ ਗਨ ਕਿਵੇਂ ਆ ਗਈ ਉਹਨੂੰ ਮਾਂ ਨੂੰ ਪਤਾ ਹੋਣਾ ਚਾਹੀਦਾ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਇਹ ਸਾਡੇ ਸਾਰੇ ਜਿਹੜੇ ਪੇਰੈਂਟਸ ਆ ਉਹਨਾਂ ਵਾਸਤੇ ਚਿੰਤਾ ਵਾਲੀ ਗੱਲ ਆ ਔਰ ਚੌਕਸੀ ਕਰਨ ਦੀ ਲੋੜ ਹੈ ਜੇ ਨਹੀਂ ਰੱਖਾਂਗੇ ਚੌਕਸੀ ਤੇ ਕਿਸੇ ਵੇਲੇ ਵੀ ਇਦਾਂ ਦੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਜਾਣਗੀਆਂ ਤੇ ਫਿਰ ਬਾਅਦ ਵਿੱਚ ਪਛਤਾਵਾ ਹੋਊਗਾ ਜੀ ਬਿਲਕੁਲ ਪੀਸੀ ਪਾਰਟੀ ਆਮ ਰਹਿੰਦੀ ਜੀ ਚਰਚਾ ਚ ਆਪਾਂ ਗੱਲਾਂ ਵੀ ਕਰਦੇ ਹਾਂ ਜੀ ਉਹ ਮੈਨੂੰ ਲੱਗਦਾ ਜੀ ਉਹ ਬਣੀ ਚਰਚਾ ਵਾਸਤੇ ਜੀ ਹਾਂਜੀ ਸਾਡੇ ਜਿਹੜੇ ਮੈਨੀਟੋਬਾ ਦੇ ਪ੍ਰੀਮੀਅਮ ਹੈਗੇ ਆ ਉਹ ਵੀ ਪੀਸੀ ਦੇ ਆ ਤੇ ਉਹਨਾਂ ਬਾਰੇ ਵੀ ਕੋਈ ਨਾ ਕੋਈ ਚਰਚਾ ਰਹਿੰਦੀ ਜੀ ਬਿਲਕੁਲ ਪੀਸੀ ਪਾਰਟੀ ਦੇ ਇੱਕ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ 2 ਗੱਲਾਂ ਚ ਇੰਪੋਰਟੈਂਟ ਹੈ ਇੱਕ ਗੱਲ ਤਾਂ ਇਹ ਇੰਪੋਰਟੈਂਟ ਹੈ ਕਿ ਉਹਨਾਂ ਨੇ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਜਿਹੜੇ ਉਹ ਰਿਲੀਜ਼ ਕਰਤੇ ਫਾਈਨੈਂਸ਼ੀਅਲ ਰਿਪੋਰਟ ਰਿਲੀਜ਼ ਕੀਤੀ ਆ ਰਿਲੀਜ਼ ਕੀਤੀ ਲੀਕ ਨਹੀਂ ਹੋਈ ਰਿਲੀਜ਼ ਕੀਤੀ ਉਹਨਾਂ ਦੱਸਿਆ ਪਬਲਿਕ ਨੂੰ ਕੀ ਦੱਸਿਆ ਉਹਨਾਂ ਨੇ ਕਿਹਾ ਜੀ ਕਿ ਅਸੀਂ 2021 ਵਿੱਚ ਤਕਰੀਬਨ ਉਨਾ ਹੀ ਫੰਡ ਇਕੱਠਾ ਕਰਨ ਚ ਕਾਮਯਾਬ ਹੋ ਗਏ ਜਿੰਨਾ ਪਿਛਲੇ ਸਾਲ 2020 ਵਿੱਚ ਕੀਤਾ ਸੀ ਕਿੰਨਾ ਸੀ ਜੀ ਮੈਂ ਵੀ ਦੱਸ ਦਿੰਦਾ ਜੀ
ਉਹ ਕੀਤਾ ਜੀ ਉਹਨਾਂ ਨੇ 14,23,000 ਦੇ ਕਰੀਬ 2021 ਵਿੱਚ ਕੀਤਾ ਤੇ 14,87,000 ਵੈਸੇ ਕੀਤਾ ਸੀਗਾ 2020 ਵਿੱਚ ਜੀ। ਉਹ ਹੁਣ ਕਹਿੰਦੇ ਜੀ ਅਸੀਂ ਇੰਨਾ ਕੀਤਾ ਪਰ ਸਾਡੇ ਖਰਚੇ ਵੀ ਬਹੁਤ ਹੁੰਦੇ, ਸਾਨੂੰ ਦਾਨ ਦਿਓ। ਇਹਨਾਂ ਵਿੱਚੋਂ ਮੈਜੋਰਿਟੀ ਜਿਹੜੀ ਸੀ ਜੀ ਉਹ ਦਾਨ ਦੇਣ ਵਾਲਿਆਂ ਦੀ ਉਹਨਾਂ ਲੋਕਾਂ ਦੀ ਸੀਗੀ ਜਿਹੜੇ 250 ਤੋਂ ਵੱਧ ਦਾਨ ਕਰਦੇ ਜੀ, ਡੋਨੇਸ਼ਨ ਦਿੰਦੇ ਔਰ ਟੈਕਸ ਵਿੱਚ ਰਿਬੇਟ ਲੈਂਦੇ ਜੀ। ਬਿਲਕੁਲ, ਠੀਕ ਹੈ, ਰਿਬੇਟ ਲੈਂਦੇ ਜੀ। ਉਹਨਾਂ ਦੀ ਗਿਣਤੀ ਤਕਰੀਬਨ ਅੱਧਿਆਂ ਦੀ ਹੈਗੀ ਜੀ, ਅੱਧਿਆਂ ਤੋਂ ਵੀ ਜ਼ਿਆਦਾ। 8.5 ਲੱਖ ਡਾਲਰ ਜਿਹੜਾ ਇਕੱਠਾ ਹੋਇਆ ਪੀਸੀ ਨੂੰ, ਉਹ ਉਹਨਾਂ ਲੋਕਾਂ ਤੋਂ ਹੋਇਆ ਜਿਨ੍ਹਾਂ ਨੇ $250 ਜਾਂ ਫਿਰ ਇਸ ਤੋਂ ਜ਼ਿਆਦਾ ਦਿੱਤਾ। ਉਂਝ ਕਈਆਂ ਨੇ 3,000 ਵੀ ਦਿੱਤਾ, ਕਈਆਂ ਨੇ 10,000 ਵੀ ਦਿੱਤਾ। ਇੱਕ ਕੰਸਟਰਕਸ਼ਨ ਕੰਪਨੀ ਦਾ ਨਾਮ ਵੀ ਜਿਹੜਾ ਉਹ ਬੜੀ ਚਰਚਾ 'ਚ ਹੈਗਾ ਜੀ ਜੀ। ਉਹ ਕਹਿੰਦੇ ਜੀ ਸਾਡਾ ਤਾਂ ਤਕਰੀਬਨ 5.5 ਲੱਖ 4,80,000 ਦੇ ਕਰੀਬ ਤਾਂ ਸਾਡੀਆਂ ਤਨਖਾਹਾਂ ਲੱਗ ਗਈਆਂ ਜੀ। ਸਟਾਫ ਨੂੰ ਜਿਹੜੀ ਤਨਖਾਹ ਉਹਨਾਂ ਨੇ ਆਫਿਸ ਪੀਸੀ ਨੇ ਬਣਾਇਆ ਜੀ ਜੀ, ਉਹ ਸਾਡੇ ਸਟਾਫ ਤੇ ਲੱਗ ਗਈਆਂ। ਔਰ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਜੀ ਤਕਰੀਬਨ $3 ਲੱਖ 2,80,000 ਦੇ ਕਰੀਬ ਡਾਲਰ ਸਾਡਾ ਲੀਗਲ ਐਕਸਪੈਂਸਿਸ ਹੈ, ਜਿਹੜੇ ਮਤਲਬ ਕਿਤੇ ਕੋਰਟ ਕਚਹਿਰੀ ਦੇ ਚੱਕਰਾਂ ਵਾਲੇ। ਕੋਰਟ ਕਚਹਿਰੀ 'ਚ ਗਏ ਜੀ ਜਦੋਂ ਹੈਦਰ ਸਟੀਫਨਸਨ ਜਿਹੜੇ ਪ੍ਰੀਮੀਅਮ ਹੈਗੇ ਆ ਜੀ ਜੀ, ਇਹਨਾਂ ਨੂੰ ਉੱਪਰ ਜਦੋਂ ਮੁੱਖ ਮੰਤਰੀ ਬਣਾਉਣਾ ਸੀਗਾ ਤੇ ਦੂਜੇ ਜਿਹੜੇ ਸੀਗੇ ਦੂਸਰੀ ਪਾਰਟੀ ਵਾਲੇ, ਦੂਜੇ ਵਿਰੋਧੀ ਸੀ ਇਹਨਾਂ ਦੇ ਪਾਰਟੀ ਦੇ ਵਿੱਚ ਹੀ ਵਿਦਨ ਪਾਰਟੀ ਪੀਸੀ ਆਪਸ ਵਿੱਚ ਝਗੜਾ ਹੋਇਆ ਤੇ ਗੱਲ ਜਿਹੜੀ ਆ ਉਹ ਕੋਰਟ ਤੱਕ ਪਹੁੰਚ ਗਈ। ਸਟਿਲ ਚੱਲ ਵੀ ਰਹੀ ਹੈ ਅੱਜ, ਹਾਂ ਅਜੇ ਵੀ ਚੱਲ ਰਹੀ ਆ। 2,80,000 ਦੇ ਕਰੀਬ ਖਰਚਾ ਉਹਦਾ ਹੋਇਆ। ਹੁਣ ਤੁਸੀਂ ਵੇਖ ਲਈਓ ਜਿਹੜਾ ਤੁਸੀਂ ਦਾਨ ਕਰਦੇ ਹੋ ਜੀ ਵੀ ਉਹ ਕਿਹੜੇ ਪਾਸੇ ਲੱਗ ਰਿਹਾ, ਕਿੱਥੇ ਜਾਂਦਾ। ਇਹ ਇਸੇ ਕਰਕੇ ਗੱਲ ਸੀਗੀ। ਉਂਝ ਅਗਲੇ ਸਾਲ 3 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ, ਆਮ ਇਲੈਕਸ਼ਨ ਹੋਣ ਜਾ ਰਹੀ ਹੈ। ਪੋਲੀਟੀਕਲ ਪਾਰਟੀਆਂ ਸਾਰੀਆਂ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚ ਕਰਨਗੀਆਂ, ਭਾਵੇਂ ਉਹ ਤੁਹਾਨੂੰ ਈਮੇਲ ਲਿਖਣ, ਫੋਨ ਕਰਨ ਜਾਂ ਟੈਕਸਟ ਮੈਸੇਜ ਕਰਨ। ਨੰਬਰ ਉਹਨਾਂ ਦੇ ਕੋਲ ਸਾਡੇ ਹੁੰਦੇ ਆ, ਜਾਂ ਕੋਈ ਇਦਾਂ ਦਾ ਅਦਾਰਾ ਹੈਗਾ ਜਿਹੜਾ ਨੰਬਰ ਪ੍ਰੋਵਾਈਡ ਕਰ ਦਿੰਦਾ। ਉਹਨਾਂ ਨੇ ਤੁਹਾਡੇ ਤੋਂ ਹੋਰ ਦਾਨ ਇਕੱਠੇ ਕਰਨਾ, ਸੋਚ ਸਮਝ ਕੇ ਦਈਓ ਜੀ। ਬਿਲਕੁਲ, ਆਮ ਤੌਰ ਤੇ ਪਾਰਟੀ ਵੱਲੋਂ ਦੇਖਿਆ ਜਾਂਦਾ ਤੁਹਾਡੇ ਹੋਮ ਐਡਰੈਸ ਦੇ ਉੱਤੇ ਹੋਮ ਓਨਰ ਲਿਖ ਕੇ ਤੁਹਾਡਾ ਐਡਰੈਸ ਲਿਖਿਆ ਜਾਂਦਾ ਤੇ ਤੁਹਾਨੂੰ ਪੋਸਟ ਲੈਟਰ ਆ ਜਾਂਦਾ। ਉਹ ਆਪਾਂ ਨੂੰ ਕੋਈ ਇਹ ਨਹੀਂ ਸੋਚਣ ਦੀ ਲੋੜ ਹੈ ਵੀ ਆਪਣਾ ਐਡਰੈਸ ਕਿੱਥੋਂ ਮਿਲਿਆ, ਉਹਨਾਂ ਨੂੰ ਪਤਾ ਹੀ ਹੁੰਦਾ ਐਡਰੈਸ ਵੀ ਆਹ ਸਟਰੀਟ ਦੇ ਵਿੱਚ ਇੰਨੇ ਨੰਬਰ ਘਰ ਹੈਗੇ। ਹਾਂਜੀ ਹਾਂਜੀ ਜੀ ਜੀ। ਇਹ ਇੱਕ ਮੈਂ ਦੱਸਣੀ ਚਾਹੁੰਦਾ ਜੀ, ਪੀਸੀ ਪਾਰਟੀ ਜਦੋਂ ਪਹਿਲਾਂ ਐਨਡੀਪੀ ਦਾ 3 ਟਰਮ ਇੱਥੇ ਰਹੀਆਂ, ਉਸ ਤੋਂ ਬਾਅਦ ਜਦੋਂ ਪੀਸੀ ਪਾਵਰ 'ਚ ਆਈ ਹੈ 2016 'ਚ ਆਈ ਪਾਵਰ 'ਚ, 2015 ਦੇ ਵਿੱਚ ਇਹਨੂੰ $2.4 ਮਿਲੀਅਨ ਇਕੱਠੇ ਹੋਏ ਸੀ ਜੀ ਐਜ਼ ਅ ਡੋਨੇਸ਼ਨ ਜੀ। ਉਸ ਵੇਲੇ ਐਨਡੀਪੀ ਹਾਰ ਗਈ ਸੀਗੀ, ਐਨਡੀਪੀ ਨੂੰ ਸਿਰਫ 9 ਲੱਖ ਹੀ 9 ਲੱਖ ਹੋਏ ਸੀ ਜੀ ਜੀ, ਠੀਕ ਹੈ। ਉਹਨਾਂ ਕੋਲ ਖਰਚਾ ਕਰਨ ਨੂੰ ਪੈਸੇ ਹੀ ਹੈ ਨਹੀਂ ਸੀਗੇ। ਇਹ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਇਸ ਕਰਕੇ ਕੀਤੀ, ਕਈ ਵਾਰੀ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਜੀ। ਬਿਲਕੁਲ, ਇਹ ਇਹਨੂੰ ਖਬਰ ਨੂੰ 2 ਜਗ੍ਹਾ ਤੇ ਸੈਪਰੇਟ ਕਰ ਲੈਣਾ ਚਾਹੀਦਾ। ਇੱਕ ਤੇ ਇਹ ਕਿ ਪੀਸੀ ਨੇ ਬਹੁਤ ਚੰਗਾ ਕੰਮ ਕੀਤਾ, ਉਹਨਾਂ ਨੂੰ ਫੰਡ ਇਕੱਠੇ ਹੋਏ ਉਹਨਾਂ ਨੇ ਦੱਸ ਦਿੱਤਾ ਜੀ। ਦੂਜਾ ਇੱਕ ਫੰਡ ਕਿੱਥੇ ਖਰਚ ਹੋਏ ਤੋਂ ਜੀ ਉਹ ਵੀ ਸੋਚਣਾ ਚਾਹੀਦਾ ਹੈਗਾ ਜੀ ਵੀ ਆਪਣੇ ਕੋਲੋਂ ਲਿਆ ਹੋਇਆ ਫੰਡ ਆ ਜਿਹੜਾ ਲੀਗਲ ਇਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਆਪਦੀਆਂ ਲੈਂਦੇ ਨੇ, ਆਪਦੀ ਪਾਰਟੀ ਨੂੰ ਬਚਾਉਣ ਲਈ, ਆਪਦੇ ਰਾਜ ਨੂੰ ਕਾਇਮ ਰੱਖਣ ਦੇ ਉੱਤੇ ਲੀਗਲ ਸਰਵਿਸਿਜ਼ ਦੇ ਉੱਤੇ ਹੀ ਖਰਚਿਆ ਜਾਂਦਾ, ਕਿਸੇ ਭਲਾਈ ਲਈ ਨਹੀਂ ਖਰਚਿਆ ਜਾਂਦਾ ਜੀ। ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ ਜੀ, ਮੈਨੀਟੋਬਾ ਦੇ ਵਿੱਚ ਇਹ ਚਰਚਾ ਜਾਂ ਵਿਨੀਪੈਗ 'ਚ ਰਹੀ ਹੈਗੀ ਆ ਕਿ ਡਿਊ ਟੂ ਕੋਵਿਡ ਹੈਲਥ ਸਰਵਿਸਿਜ਼ ਜਿਹੜੀਆਂ ਸੀਗੀਆਂ ਉਹ ਬੜੀਆਂ ਡਿਸਟਰਬ ਹੋਈਆਂ ਜੀ। ਜਿਹਨਾਂ ਲੋਕਾਂ ਦੇ ਆਪਰੇਸ਼ਨ ਹੋਣੇ ਸੀ, ਸਰਜਰੀਜ਼ ਹੋਣੀਆਂ ਸੀਗੀਆਂ, ਉਹ ਪ੍ਰੋਲੋਂਗ ਹੋ ਗਈਆਂ। ਕਈਆਂ ਨੂੰ ਦੂਜੀਆਂ ਥਾਵਾਂ ਤੇ ਜਾ ਕੇ ਸਰਜਰੀ ਕਰਾਉਣੀਆਂ ਪਈਆਂ ਔਰ ਮਹਿੰਗਾ ਵੀ ਬੜਾ ਇਲਾਜ ਮਹਿੰਗਾ ਹੈਗਾ, ਤੁਹਾਨੂੰ ਪਤਾ ਹੀ ਹੈ ਜੀ। ਹੁਣ ਇੱਕ ਸਰਵੇ ਕਰਵਾਇਆ ਗਿਆ ਜੀ ਜਿਹਦੇ ਵਿੱਚ 75% ਜਿਹੜੇ ਮੈਨੀਟੋਬੀਅਨ ਹੈਗੇ ਆ, ਮੈਨੀਟੋਬਾ ਦੇ ਲੋਕ ਹੈਗੇ, ਉਹਨਾਂ ਨੇ ਉਸ ਸਰਵੇ ਦੇ ਵਿੱਚ ਇੱਕ ਹੁੰਗਾਰਾ ਭਰਿਆ ਕਿ ਇਹ ਸਰਵਿਸਿਜ਼ ਜਿਹੜੀਆਂ ਹੈਗੀਆਂ ਹੈਲਥ ਸਰਵਿਸਿਜ਼ ਹੈ ਇਹ ਪ੍ਰਾਈਵੇਟ ਅਦਾਰੇ ਨੂੰ ਦੇਣੀਆਂ ਚਾਹੀਦੀਆਂ ਜੀ। 2 ਪਹਿਲੂ ਇਹਦੇ ਆ, ਕੀ ਸਰਕਾਰ ਦਾ ਇਹ ਹੱਕ ਜਿਹੜਾ ਫਰਜ਼ ਹੈ ਜੀ ਉਹ ਕਿਤੇ ਸੋਚੀ ਸਮਝੀ ਸਕੀਮ ਦੇ ਤਹਿਤ ਪ੍ਰਾਈਵੇਟ ਇਸ ਤਰ੍ਹਾਂ ਕੀਤਾ ਜਾ ਰਿਹਾ ਜੀ ਜੀ। ਬਿਲਕੁਲ ਬਿਲਕੁਲ ਜੀ। ਜਿਸ ਤਰ੍ਹਾਂ ਆਮ ਤੌਰ ਤੇ ਆਮ ਹੋਰ ਆਪਣੇ ਬੈਕ ਹੋਮ ਦੇ ਵਿੱਚ ਵੀ ਪ੍ਰਾਈਵੇਟ ਹਸਪੀਟਲ ਹੈਗੇ ਨੇ ਵੱਡੇ, ਮਤਲਬ ਵੀ ਸਰਕਾਰ ਉਹਦੇ ਉੱਤੇ ਕੰਮ ਕਰਨਾ ਚਾਹੁੰਦੀ ਵੀ ਆਪਣੇ ਕੋਲੋਂ ਇਹ ਕੰਮ ਉਤਾਰੋ। ਬਿਲਕੁਲ, ਆਪਦੀ ਜ਼ਿੰਮੇਵਾਰੀ ਤੋਂ ਭੱਜ ਕੇ ਸਰਕਾਰ ਜਿਹੜਾ ਇਹ ਪ੍ਰਾਈਵੇਟ ਵਾਲੇ ਪਾਸੇ ਨੂੰ ਵੱਧ ਰਹੀ ਹੈ ਤੇ ਕੀ ਸਰਕਾਰ ਦੇ ਖਜ਼ਾਨੇ ਤੇ ਫਿਰ ਬੋਝ ਕਿੰਨਾ ਕੁ ਪਊਗਾ, ਜਾਂ ਅਲਟੀਮੇਟਲੀ ਇਹ ਸਰਵਿਸਿਜ਼ ਪ੍ਰਾਈਵੇਟ ਹੀ ਹੋ ਜਾਣਗੀਆਂ। ਉਹ ਕਹਿਣਗੇ ਠੀਕ ਹੈ ਤੁਹਾਨੂੰ ਕੋਈ ਪ੍ਰੋਬਲਮ ਆ ਜੀ, ਕੋਈ ਸਰਜਰੀ ਕਰਾਉਣੀ ਹੈ ਤਾਂ ਪ੍ਰਾਈਵੇਟ ਕਰਾ ਲਓ, ਪੈਸੇ ਆਪਦੇ ਕੋਲੋਂ ਦੇ ਦਿਓ। ਨਹੀਂ, ਇਹ ਵੀ ਤਾਂ ਹੋ ਸਕਦਾ ਜਿਵੇਂ ਆਪਾਂ ਇੱਕ ਕਾਫੀ ਦੇਰ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀਗੀ ਵੀ ਬੰਦਾ ਜਾ ਕੇ ਬਾਹਰ ਇਲਾਜ ਕਰਾ ਕੇ ਲਿਆ ਕੇ ਕਿਤੇ ਗਵਰਨਮੈਂਟ ਕਹਿੰਦੇ ਵੀ ਸਾਨੂੰ ਬਿੱਲ ਦੇ ਦਿਆ ਕਰੋ। ਅਲਟੀਮੇਟਲੀ ਚਲੋ ਉਹ ਤਾਂ ਇਹ ਹੈ ਨਾ ਕਿ ਜੇ ਸਰਕਾਰ ਜ਼ਿੰਮੇਵਾਰੀ ਚੱਕਦੀ ਹੈ, ਜੇ ਕੱਲ ਨੂੰ ਸਰਕਾਰ ਇਹ ਕਹਿੰਦੀ ਹੈ ਕਿ ਨਹੀਂ ਜੀ ਜੀ ਇਹ ਤਾਂ ਅਸੀਂ ਪ੍ਰਾਈਵੇਟ ਕਰਤਾ ਵਾ, ਤੁਸੀਂ ਆਪਦਾ ਇਲਾਜ ਆਪੇ ਕਰਾਉਣਾ ਜੀ, ਫਿਰ ਕੀ ਬਣੂਗਾ। ਯਾਨੀ ਇਹ ਇੱਕ ਇੰਡੀਕੇਸ਼ਨ ਸਟਾਰਟ ਹੋ ਗਈ ਆ। ਬੀ ਕੇਅਰਫੁਲ, ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ। ਕਿੱਧਰ ਨੂੰ ਜਾ ਸਕਦੀ ਗੱਲ, ਅਸੀਂ ਤਾਂ ਜ਼ਿਕਰ ਤਾਂ ਕੀਤਾ। ਤੁਸੀਂ ਵੋਟਾਂ ਦੀ ਗੱਲ ਕਰ ਰਹੇ ਹੋ ਜੀ, ਆਪਣੇ ਜਿਹੜੇ ਲੀਡਰ ਬਣਾਉਣਗੇ ਘੱਟੋ ਘੱਟ ਇਸ ਤਰ੍ਹਾਂ ਦੇ ਕੁਐਸਚਨ ਉਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ। ਬਿਲਕੁਲ ਕਰਨੇ ਚਾਹੀਦੇ ਜੀ।
ਉਂਝ ਇੱਕ ਦੋ ਘਟਨਾਵਾਂ ਹੋਰ ਹੈਗੀਆਂ ਜੀ ਜਿਹੜੀਆਂ ਚੰਗੀ ਮੈਂ ਗੱਲ ਕਰਨੀ ਚਾਹੁੰਦਾ ਜੀ, ਉਹ ਇਹ ਆ ਕਿ ਕੈਨੇਡਾ ਡੇ ਆ ਰਿਹਾ ਜੀ ਇਸੇ ਹਫਤੇ, ਜਿਹੜਾ ਹੁਣ ਹਫਤਾ ਸ਼ੁਰੂ ਹੋਣਾ, ਕੈਨੇਡਾ ਡੇ ਆ ਰਿਹਾ, ਤੇ ਇਹਦੇ ਤੇ ਜਿਹੜਾ ਸਭ ਤੋਂ ਵੱਡਾ ਇਕੱਠ ਹੁੰਦਾ ਉਂਝ ਸ਼ਹਿਰ ਦੇ ਵਿੱਚ ਬੜੀਆਂ ਥਾਵਾਂ ਤੇ, ਪਾਰਕਾਂ ਦੇ ਵਿੱਚ ਵੀ ਜੀ, ਸਕੂਲਾਂ ਵਿੱਚ ਵੀ, ਕਮਿਊਨਿਟੀ ਸੈਂਟਰਾਂ ਦੇ ਵਿੱਚ ਵੀ ਕੈਨੇਡਾ ਡੇ ਨੂੰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ। ਪਰ ਸਭ ਤੋਂ ਵੱਡਾ ਜਿਹੜਾ ਜੋਸ਼ ਜਾਂ ਇਕੱਠ ਜਾਂ ਭੀੜ ਵੇਖਣ ਨੂੰ ਮਿਲਦੀ ਹੈ ਉਹ ਹੁੰਦੀ ਹੈ ਜੀ ਫੋਰਕਸ ਤੇ ਜੀ। ਫੋਰਕਸ ਦੇ ਉੱਤੇ ਜਿਹੜੀ ਆਤਿਸ਼ਬਾਜ਼ੀ ਚਲਾਈ ਜਾਂਦੀ, ਫਾਇਰ ਵਰਕਸ ਹੁੰਦੀ ਆ, ਉਹ ਲੋਕੀ ਵੇਖਣ ਲਈ ਜਾਂਦੇ ਜੀ ਬਿਲਕੁਲ। ਔਰ ਵੱਡੀਆਂ ਵੱਡੀਆਂ ਬਿਲਡਿੰਗਾਂ ਹੁੰਦੀਆਂ ਤੇ ਜਦੋਂ ਚੱਲਦੇ ਆ, ਪਟਾਕੇ ਚੱਲਦੇ ਆ, ਫਾਇਰ ਵਰਕਸ ਚੱਲਦੇ ਹੈਗੇ, ਤੇ ਉਹ ਨਜ਼ਾਰਾ ਵੇਖਣ ਵਾਲਾ ਵੀ ਹੁੰਦਾ ਜੀ ਬਿਲਕੁਲ, ਸੁਣਨ ਵਾਲਾ ਵੀ ਹੁੰਦਾ ਜੀ ਬਿਲਕੁਲ। ਨਾਈਟ ਟਾਈਮ ਪੂਰਾ ਮਤਲਬ ਜਿਹੜਾ ਅਸਮਾਨ ਆ ਜੀ ਉਹ ਪੂਰਾ ਚਮਕ ਰਿਹਾ ਹੁੰਦਾ, ਚਾਰੇ ਪਾਸੇ ਫੁੱਲ ਝੜੀਆਂ, ਜਿਵੇਂ ਇੰਡੀਆ ਦੇ ਵਿੱਚ ਆਤਿਸ਼ਬਾਜ਼ੀ ਚੱਲਦੀ ਇੱਥੇ ਰੰਗ ਬਰੰਗੀਆਂ, ਹਰ ਉਹਦੀ ਟਾਈਮਿੰਗ ਵੀ ਉਹ ਇਹ ਹੁੰਦੀ ਆ, ਦੇਖੋ ਵੀ ਇੱਕ ਉਧਰੋਂ ਚੱਲ ਰਹੀ, ਇੱਕ ਉਧਰੋਂ ਚੱਲ ਰਹੀ, ਉੱਪਰ ਜਾ ਕੇ ਉਹ ਸਾਰਾ ਕੁਝ ਨਜ਼ਾਰਾ ਅਲੌਕਿਕ ਹੀ ਹੁੰਦਾ ਜੀ। ਮੈਂ ਜਿਵੇਂ ਦੱਸਿਆ ਜੀ, ਸ਼ਹਿਰ 'ਚ ਬਹੁਤ ਥਾਵਾਂ ਤੇ ਇਹ ਫੰਕਸ਼ਨ ਸੈਲੀਬ੍ਰੇਟ ਲੋਕਾਂ ਵੱਲੋਂ ਕੀਤਾ ਜਾਂਦਾ ਬੜੇ ਜੋਸ਼ੋ ਖਰੋਸ਼ ਨਾਲ। ਜਿੰਨੇ MLA ਆ ਉਹ ਆਪਦੀ ਜੂਰੀਡਿਕਸ਼ਨ ਵਿੱਚ ਕਰਦੇ ਆ, ਜਿੰਨੇ ਮੈਂਬਰ ਪਾਰਲੀਮੈਂਟ ਆ ਉਹ ਆਪਦੀ ਜੂਰੀਡਿਕਸ਼ਨ 'ਚ ਕਰਦੇ ਆ, ਆਪਦੇ ਵੱਲੋਂ ਆਰਗੇਨਾਈਜ਼ ਕਰਦੇ ਆ, ਕਾਉਂਸਲਰ ਵੀ ਕਰਦੇ ਜੀ। ਜਿਹੜਾ ਫੋਰਸ ਤੇ ਇਹ ਫੰਕਸ਼ਨ ਹੁਣ ਵੀ ਹੋਣਾ ਜੀ, ਪਰ ਫਾਇਰਵਰਕਸ ਨਹੀਂ ਹੋਣੇ ਜੀ। ਯਾਨੀ ਤੁਸੀਂ ਉੱਥੇ ਇਹ ਦੇਖਣ ਲਈ ਜਾਓਗੇ ਕਿ ਆਤਿਸ਼ਬਾਜ਼ੀ ਬਹੁਤ ਸੋਹਣੀ ਪਿਛਲੇ ਸਾਲ ਸੀ, ਜਾਂ ਉਦੋਂ ਪਿਛਲੇ ਸਾਲ ਸੀ, ਜਾਂ ਉਸ ਤੋਂ ਵੀ ਪਿਛਲੇ ਸਾਲ ਸੀ, ਜਾਂ 10 ਸਾਲ ਪਹਿਲਾਂ ਸੀ ਜੀ, ਉਹ ਐਤਕੀ ਵੇਖਣ ਨੂੰ ਨਹੀਂ ਮਿਲੂਗੀ ਜੀ। ਹੋਰਨਾਂ ਥਾਵਾਂ ਬਾਰੇ ਮੈਨੂੰ ਨਹੀਂ ਪਤਾ ਜੀ, ਪਤਾ ਕਰਕੇ ਫੇਰ ਜਾਈਓ ਜੀ। ਬਿਲਕੁਲ ਜੀ। ਹੋ ਸਕਦਾ ਜੀ ਫਿਰ ਫੰਡ ਘਟ ਜਾਣ, ਕਿ ਉਹ ਹੋ ਸਕਦਾ ਫੰਡ ਨੇ ਜਿਹੜੇ ਮੂਰੇ ਇਲੈਕਸ਼ਨ 'ਚ ਯੂਜ਼ ਕਰਨੇ ਹੋਣ ਜੀ, ਕੁਝ ਵੀ ਹੋ ਸਕਦਾ ਜੀ। ਇੱਕ ਚਲੋ ਫੋਰਕਸ ਦੀ ਗੱਲ ਕੀਤੀ, ਤੇ ਸੈਨਬੋਨੀ ਉਹ ਦਰਿਆ ਜਿਹੜਾ ਉੱਥੋਂ ਲੰਘਦਾ ਜੀ, ਉਸ ਦਰਿਆ ਦੇ ਕੰਢੇ ਉੱਤੇ ਸਾਡੇ ਮੈਨੀਟੋਬਾ ਦੀ ਲੈਜਿਸਲੇਟਿਵ ਬਿਲਡਿੰਗ ਹੈ ਜੀ ਬਿਲਕੁਲ। ਲੈਜਿਸਲੇਟਿਵ ਬਿਲਡਿੰਗ ਯਾਨੀ ਵਿਧਾਨ ਸਭਾ ਜੀ। ਵਿਧਾਨ ਸਭਾ ਦੇ ਵਿੱਚ ਤੁਸੀਂ ਕਦੀ ਵੀ ਵੇਖਣ ਜਾ ਸਕਦੇ ਹੋ, ਬਹੁਤ ਚੰਗੀ ਚੀਜ਼ ਹੈ, ਚੰਗੀ ਬਿਲਡਿੰਗ ਹੈ, ਬਹੁਤ ਵਧੀਆ। ਤੁਹਾਨੂੰ ਪਤਾ ਲੱਗੇਗਾ ਕਿ ਸਾਡੇ MLA ਬੈਠ ਕੇ ਕਿੱਥੇ ਜੀ ਜਿਹੜੇ ਉਹ ਕਾਨੂੰਨ ਬਣਾਉਂਦੇ ਆ ਜਾਂ ਬਹਿਸ ਮੁਬਾਸਾ ਕਰਦੇ ਆ, ਉੱਥੇ ਸਪੀਕਰ ਦੀ ਕੁਰਸੀ ਕਿਵੇਂ ਦੀ ਹੈਗੀ ਆ, ਉੱਥੇ ਹੋਰ ਜਿਹੜੇ ਹੈਗੇ ਆ, ਕੁਈਨ ਦਾ ਇੱਕ ਰੂਮ ਹੈਗਾ, ਪ੍ਰਿੰਸ ਚਾਰਲਸ ਦਾ ਰੂਮ ਹੈਗਾ। ਪਰ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਜਦੋਂ ਇਹ ਸਾਰੇ ਕੈਨੇਡਾ ਦੇ ਵਿੱਚ ਹੀ ਧੁੰਮ ਮਚ ਗਈ ਸੀ, ਰੌਲਾ ਪੈ ਗਿਆ ਸੀ ਕਹਿ ਲਓ, ਔਰ ਬੜਾ ਗੁੱਸਾ ਸੀ ਲੋਕਾਂ ਦੇ ਵਿੱਚ, ਖਾਸ ਕਰਕੇ ਜਿਹੜੇ ਐਬਰੀਜਨਲ ਪੀਪਲ ਹੈਗੇ ਆ, ਕਿ ਬਹੁਤ ਸਾਲ ਪਹਿਲਾਂ ਉਹਨਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਚੁੱਕ ਕੇ ਸਕੂਲਾਂ ਵਿੱਚ ਲਿਜਾਇਆ ਜਾਂਦਾ ਸੀਗਾ, ਤੇ ਫਿਰ ਕੁੱਟਮਾਰ ਕਰਕੇ ਉਹਨਾਂ ਦੀ ਜ਼ਿੰਦਗੀ ਖਤਮ ਕਰਤੀ ਜਾਂਦੀ ਸੀ, ਤੇ ਉਹ ਅਣਪਛਾਤੀਆਂ ਕਬਰਾਂ ਦੇ ਵਿੱਚ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਸੀ। ਇਸ ਰੋਸ ਦੇ ਵਿੱਚ ਐਬਰੀਜਨਲ ਕਮਿਊਨਿਟੀ ਨੇ ਕੁਈਨ ਦਾ ਬੁੱਤ, ਕੁਈਨ ਐਲਿਜ਼ਾਬੈਥ ਦਾ ਬੁੱਤ ਲੱਗਾ ਹੋਇਆ ਸੀ, ਇੱਕ ਬਹੁਤ ਵੱਡਾ ਬੁੱਤ ਲੱਗਾ ਹੋਇਆ ਸੀ ਲੈਜਿਸਲੇਟਿਵ ਬਿਲਡਿੰਗ ਦੇ ਵਿੱਚ, 2 ਬੁੱਤ ਹੈਗੇ ਵੈਸੇ ਤਾਂ ਜੀ। ਉਹ ਬੁੱਤ ਨੂੰ ਰੱਸੇ ਪਾ ਕੇ ਸੁੱਟਤਾ ਸੀਗਾ, ਤੇ ਉਹਦਾ ਧੜ, ਸਿਰ ਜਿਹੜਾ ਸੀ ਉਹ ਧੜ ਤੋਂ ਅਲੱਗ ਕਰਤਾ ਸੀ, ਉਹ ਦਰਿਆ 'ਚ ਸੁੱਟਤਾ ਸੀ ਜੀ। ਠੀਕ ਹੈ ਜੀ। ਉਸ ਵੇਲੇ ਜਿਹੜੇ ਪ੍ਰੀਮੀਅਮ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਇਹਨਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਵਾਂਗੇ ਜੀ, ਔਰ ਇਸ ਬੁੱਤ ਨੂੰ ਦੁਬਾਰਾ ਐਸਟੈਬਲਿਸ਼ ਕਰਾਂਗੇ ਜੀ। ਹੁਣ ਸਰਕਾਰ ਨੇ ਫੈਸਲਾ ਕੀਤਾ ਕਿ ਉਹਦੇ ਬੁੱਤ ਦੀ ਰਿਪੇਅਰ ਦੇ ਉੱਤੇ ਜੀ $500,000 ਖਰਚ ਆਉਣਾ ਸੀ, ਅਸੀਂ ਨਹੀਂ ਕਰਨਾ ਜੀ। ਮਤਲਬ ਵੀ ਫੰਡਿੰਗ ਹੈ ਨਹੀਂ, ਵੀ ਇਹਦੀ ਜ਼ਰੂਰਤ ਨਹੀਂ ਪੈਣੀ, ਕੱਲ ਨੂੰ ਫੇਰ ਵੀ ਉਸ ਤਰ੍ਹਾਂ ਦੀ ਜਿਹੜੀ ਘਟਨਾ ਜਿਹੜੀ ਉਹ ਵਾਪਰ ਸਕਦੀ ਆ। ਜਿਹੜਾ ਗੁੱਸਾ ਉਹਨਾਂ ਦੇ ਵਿੱਚ ਹੈਗਾ, ਤੇ ਉਹ ਦੇਖੋ ਕੌਮ ਦੇ ਵਿੱਚ ਗੁੱਸਾ ਰਹਿੰਦਾ ਹੀ ਹੈ ਜੀ। ਹਾਂਜੀ ਜੀ। ਉਹ ਸ਼ਾਇਦ ਇਹ ਵੀ ਸੋਚਿਆ ਹੋਵੇ ਵੀ ਉਸ ਬੁੱਤ ਨੂੰ ਵੇਖ ਕੇ ਗੁੱਸਾ ਜਿਹੜਾ ਬਾਰ-ਬਾਰ ਆਉਂਦਾ ਹੋਵੇ, ਤੇ ਇਹਨੂੰ ਕੋਸ਼ਿਸ਼ ਕਰੋ ਵੀ ਉਹ ਜਿਹੜਾ ਸਿੰਬਲ ਹੈਗਾ ਗੁੱਸੇ ਵਾਲਾ, ਉਹਨੂੰ ਪਰਾਂ ਕਰ ਲਿਆ ਜਾਵੇ। ਉਂਝ ਸਰਕਾਰ ਦਾ ਪੈਸੇ ਬਚਾਉਣ ਵਾਲਾ ਮਸਲਾ ਜਿਹੜਾ ਉਹ ਚੰਗੀ ਗੱਲ ਹੈ, ਜੇ ਉਹ ਕਹਿੰਦੇ ਆ ਕਿ ਸਾਡੇ ਕੋਲ ਇੰਨੇ ਪੈਸੇ ਹੈ ਨਹੀਂ ਜੀ, $500,000 ਉਹਦੀ ਰਿਪੇਅਰ ਤੇ ਖਰਚ ਕਰ ਦੇਣਾ, ਕੋਈ ਸਿਆਣਪ ਵਾਲੀ ਗੱਲ ਵੀ ਨਹੀਂ ਸੀ ਹੋਣੀ। ਸਰਕਾਰ ਨੇ ਫੈਸਲਾ ਕੀਤਾ, ਚੰਗਾ ਕੀਤਾ। ਇਦਾਂ ਦਾ ਬੁੱਤ ਇੱਕ ਹੋਰ ਲੱਗਾ ਹੋਇਆ ਜੀ, ਗਵਰਨਰ ਹਾਊਸ ਆ ਪਿਛਲੇ ਪਾਸੇ ਜੀ, ਉੱਥੇ ਉਹ ਛੋਟਾ ਬੁੱਤ ਆ, ਉਹਨੂੰ ਵੀ ਭੰਨਤੋੜ ਉਹਦੀ ਵੀ ਕੀਤੀ ਗਈ ਸੀਗੀ, ਪਰ ਉਹ ਫਿਰ ਵੀ ਥੋੜੀ ਜਿਹੀ ਰਿਪੇਅਰ ਦੇ ਨਾਲ ਉਹ ਦੁਬਾਰਾ ਠੀਕ ਠੁਕ ਹੋ ਗਿਆ। ਦੇਖੋ ਜੇ ਸਰਕਾਰ ਦੁਬਾਰਾ ਕਰਦੀ ਹੈ ਜੀ, ਉਹ ਕਮਿਊਨਿਟੀ ਦੇ ਵਿੱਚ ਜਿਹੜਾ ਰੋਸ ਆ ਉਹ ਕਿੰਨੇ ਸਾਲ ਆਊਗਾ ਜੀ, ਦੁਬਾਰਾ ਵੀ ਉਹ ਇੱਕ ਛਡਾਉਣ ਵਾਲਾ ਕੰਮ ਹੋ ਜਾਂਦਾ ਜੀ, ਫਿਰ ਉਸ ਤੋਂ ਮਤਲਬ ਪਾਸੇ ਵਟਣਾ ਠੀਕ ਲੱਗਦਾ ਹੈਗਾ ਜੀ। ਬਿਲਕੁਲ ਠੀਕ ਗੱਲ ਹੈ ਜੀ। ਇਹ ਦੋ ਘਟਨਾਵਾਂ ਦੀ ਗੱਲ ਮੈਂ ਕਰਨੀ ਚਾਹੂੰਗਾ। ਇੱਕ ਘਟਨਾ ਫਿਰ ਤੇ ਜਿਹਨਾਂ ਗੱਲ ਕਰਦੇ ਨੇ ਥੋੜੀ ਜਿਹੀ ਉਦਾਸ ਕਰਨ ਵਾਲੀ ਹੈ, ਉਂਝ ਯਾਦ ਕਰਨੀ ਬਹੁਤ ਜ਼ਰੂਰੀ ਹੈ ਜੀ। ਅੱਜ ਤੋਂ 50 ਸਾਲ ਪਹਿਲਾਂ ਇੱਕ ਪਲੇਨ ਕ੍ਰੈਸ਼ ਹੋਇਆ ਸੀ ਜੀ, 24 ਜੂਨ ਨੂੰ, ਅੱਜ ਦੇ ਦਿਨ ਹੀ ਜੀ। ਲਿਨਵੁੱਡ ਸਟਰੀਟ ਹੈ ਉੱਥੇ, ਉਹ 2 ਘਰ
ਦੇ ਵਿਚਕਾਰ ਇੱਕ ਇਨਫਿਲ ਜਗ੍ਹਾ ਸੀ, ਖਾਲੀ ਲੋਟ ਜਿਹਨੂੰ ਆਪਾਂ ਕਹਿੰਦੇ ਹਾਂ, ਉੱਥੇ ਇੱਕ ਪਲਾਨ ਜਿਹੜਾ ਸੀ ਉਹ ਕ੍ਰੈਸ਼ ਕਰ ਗਿਆ। ਉਹਦੇ ਵਿੱਚ 8 ਸਟੂਡੈਂਟ ਸੀਗੇ, ਉਹ ਮਾਰੇ ਗਏ ਸੀ। ਤੇ ਉਹਨਾਂ ਦੀ ਉਹ ਯਾਦ ਵਿੱਚ, ਉਹ ਸਟੂਡੈਂਟਸ ਦੀ ਯਾਦ ਵਿੱਚ 50 ਸਾਲ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਉਹ ਜਿਹੜਾ ਉੱਥੇ ਇੱਕ ਮੈਮੋਰੀਅਲ ਬਣਾ ਦਿਆਂਗੇ। ਜਿਹੜਾ ਰਾਇਲ ਐਵੀਏਸ਼ਨ ਮਿਊਜ਼ੀਅਮ ਹੈਗਾ, ਉਹਨੇ ਫੈਸਲਾ ਕੀਤਾ ਕਿ ਮੈਮੋਰੀਅਲ ਜਿਹੜਾ ਉਹ ਬਣਾਤਾ ਜਾਵੇ। ਇਹ ਖਬਰ ਉਦਾਸ ਕਰਨ ਵਾਲੀ ਸੀ, ਪਰ ਚਲੋ ਇਹ ਸਕੂਨ ਦੇਣ ਵਾਲੀ ਆ ਕਿ ਕੋਈ ਉਹਨਾਂ ਨੂੰ ਯਾਦ ਕਰਨ ਲਈ ਵੀ ਕੋਈ ਐਫਰਟਸ ਕੀਤੀਆਂ ਜਾ ਰਹੀਆਂ ਹੈਗੀਆਂ। ਇੱਕ ਚੰਗੀ ਖਬਰ ਜਿਹੜੀ ਜੀ ਮੈਨੀਟੋਬਾ ਨਾਲ ਰਿਲੇਟਡ ਮੈਂ ਉਹ ਸ਼ੇਅਰ ਕਰਨੀ ਚਾਹੁੰਦਾ ਜੀ। ਗੂਗਲ ਡੂਡਲ ਇੱਕ ਹੈਗਾ ਜੀ, ਜਿੱਥੇ ਨੈਸ਼ਨਲ ਇੰਡੀਗਸ ਪੀਪਲ ਡੇ ਮਨਾਇਆ ਜਾਂਦਾ, ਜਦੋਂ ਉਸ ਦਿਨ ਉਹ ਤੁਹਾਨੂੰ ਇੱਕ ਐਬਰੀਜਨਲ ਆਰਟਿਸਟਾਂ ਵੱਲੋਂ ਬਣਾਇਆ ਹੋਇਆ ਇੱਕ ਸਿੰਬਲ ਜਿਹੜਾ ਸੀ ਉਹ ਦੇਖਣ ਨੂੰ ਮਿਲਿਆ। ਦੁਨੀਆ ਭਰ 'ਚ ਉਹਦੀ ਚਰਚਾ ਹੋਈ, ਔਰ ਉਹ ਸਿੰਬਲ ਨੂੰ ਬਣਾਉਣ ਵਾਲੇ ਜਿਹੜੇ ਸੀ ਉਹ ਮੈਨੀਟੋਬਾ ਦੇ ਜਾਂ ਕਹਿ ਲਓ ਵੀ ਵਿਨੀਪੈਗ ਦੇ 2 ਪ੍ਰਸਿੱਧ ਆਰਟਿਸਟ ਹੈਗੇ, ਜਿਨ੍ਹਾਂ ਨੂੰ ਬਹੁਤ ਮਾਨਤਾ ਮਿਲੀ। ਔਰ ਗੂਗਲ ਦੇ ਵਿੱਚ ਇਹੋ ਜਿਹੀ ਚੀਜ਼ ਆਉਣੀ ਸਾਡੇ ਲਈ ਜਿਹੜੀ ਆ ਮਾਣ ਵਾਲੀ ਗੱਲ ਜੀ। ਬਿਲਕੁਲ। ਔਰ ਹੋਰ ਵੀ ਮਾਣਮੱਤੀਆਂ ਘਟਨਾਵਾਂ ਜਿਹੜੀਆਂ ਕਈ ਵਾਰੀ ਵਾਪਰਦੀਆਂ, ਜਿਨ੍ਹਾਂ ਨੂੰ ਅਸੀਂ ਬਹੁਤਾ ਗੌਲਦੇ ਨਹੀਂ, ਧਿਆਨ ਨਹੀਂ ਦਿੰਦੇ। ਗੂਗਲ ਅੱਜ ਕੱਲ੍ਹ ਹਰ ਕੋਈ ਵਰਤਦਾ ਹੈਗਾ ਤੇ ਉਹ ਦੇਖ ਲੈਂਦਾ ਸੌਖਾ ਹੀ ਕਿ ਇਹ ਤੇ ਪਿਕਚਰ ਕਿਹਦੀ ਆਈ ਆ। ਤੁਸੀਂ ਕਈ ਵਾਰੀ ਦੇਖੋਗੇ ਬੜੀਆਂ ਡਿਫਰੈਂਟ ਜਿਹੀਆਂ ਅਜੀਬੋ-ਗਰੀਬ ਜਿਹੀਆਂ ਪਿਕਚਰਾਂ ਹੁੰਦੀਆਂ, ਉਹ ਸਿੰਬਲ ਹੁੰਦੇ ਆ, ਧਿਆਨ ਨਾਲ ਵੇਖੋ ਤੇ ਫਿਰ ਪਤਾ ਲੱਗਦਾ। ਤੇ ਉਹਦੀ ਕਰ ਲੈਣੀ ਚਾਹੀਦੀ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੀਟੋਬਾ ਜਾਂ ਵਿਨੀਪੈਗ ਦੇ ਉਹਨਾਂ ਦੋਨਾਂ ਆਰਟਿਸਟ ਮਿੱਤਰਾਂ ਵੱਲੋਂ ਬਣਾਇਆ ਗਿਆ ਇੱਕ ਸਕੈਚ ਜਿਹੜਾ ਸੀਗਾ ਉਹ ਗੂਗਲ ਤੇ ਦੇਖਣ ਨੂੰ ਮਿਲਿਆ। ਜੀ ਬਿਲਕੁਲ, ਮਾਣ ਵਾਲੀ ਗੱਲ ਹੈ। ਵਧਾਈਆਂ ਤੁਹਾਨੂੰ ਸਾਰਿਆਂ ਨੂੰ। ਬਿਲਕੁਲ ਜੀ। ਵਿਨੀਪੈਗ ਨਿਵਾਸੀਆਂ ਨੂੰ ਵੀ, ਮੈਨੀਟੋਬਾ ਨੂੰ ਨਿਵਾਸੀਆਂ ਨੂੰ ਵੀ, ਤੇ ਕੌਸ਼ਿਕ ਸਾਹਿਬ ਨੂੰ ਵੀ। ਤੁਹਾਨੂੰ ਵੀ ਜੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਅਸੀਂ ਮਹੱਤਵਪੂਰਨ ਘਟਨਾਵਾਂ ਦੇ ਉੱਤੇ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਇਹਦੇ ਵਿੱਚ ਆਪਣੀ ਕੋਈ ਇਨਪੁਟ ਦੇਣੀ ਚਾਹੁੰਦੇ ਹੋ, ਮੋਸਟ ਵੈਲਕਮ। ਤੁਸੀਂ ਸਟੂਡੀਓ ਵਿੱਚ ਵੀ ਆ ਕੇ ਗੱਲ ਕਰ ਸਕਦੇ ਹੋ। ਫੇਸਬੁੱਕ ਤੇ ਪ੍ਰੋਗਰਾਮ ਜਿਹੜਾ ਉਹ ਲਾਈਵ ਚੱਲ ਰਿਹਾ ਹੈਗਾ, YouTube ਤੇ ਵੀ ਲਾਈਵ ਚੱਲ ਰਿਹਾ ਹੈਗਾ ਜੀ, ਔਰ TV ਤੇ ਬਾਰ-ਬਾਰ ਇਹਨੂੰ ਰਿਪੀਟ ਕੀਤਾ ਜਾਣਾ ਪੂਰਾ ਹਫ਼ਤਾ। ਤੁਸੀਂ ਆਪਣੇ ਕਮੈਂਟ ਦਿਓ, ਤੁਹਾਡਾ ਸਵਾਗਤ ਕਰਦੇ ਹਾਂ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ।